ਭਗਤ ਰਵਿਦਾਸ ਜੀ ਬਾਲਕ ਉਮਰ ਤੋਂ ਟੱਪ ਕੇ ਜਦੋਂ ਕਿਸ਼ੋਰ ਉਮਰ ਵਿੱਚ ਪੁੱਜੇ ਤਾਂ ਘਰ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗੇ, ਪਰ ਓਪਰਾ ਤੇ ਉਪਰਾਮ ਵੀ ਰਹਿਣ ਲੱਗੇ। ਉਹਨਾਂ ਦੇ ਉਪਰਾਮ ਰਹਿਣ ਕਾਰਨ ਘਰ ਦੇ ਬੜੇ ਤੰਗ ਹੋਇਆ ਕਰਨ, ਪਰ ਕੁਝ ਆਖਣ ਦਾ ਹੌਸਲਾ ਵੀ ਨਾ ਪਵੇ, ਕਿਉਂਕਿ ਉਹਨਾਂ ਦੇ ਚਿਹਰੇ ਦਾ ਪ੍ਰਭਾਵ ਹੀ ਕੁਝ ਐਸਾ ਸੀ। ਦੂਸਰਾ, ਉਹ ਸੰਤਾਂ ਸਾਧੂਆਂ ਕੋਲ ਜਾਂਦੇ ਸਨ, ਭਗਤ ਰਾਮਾਨੰਦ ਜੀ ਦੇ ਡੇਰੇ ਜਾ ਕੇ ਬੈਠੇ ਰਹਿੰਦੇ ਸਨ ਤੇ ਰਾਮ ਨਾਮ ਦਾ ਸਿਮਰਨ ਕਰਦੇ ਰਹਿੰਦੇ ਸਨ। ਉਹਨਾਂ ਦੇ ਐਸਾ ਕਰਨ ਨਾਲ ਘਰ ਦੇ ਖਿਆਲ ਕਰਨ ਲੱਗ ਪਏ ਕਿ ਕਿਤੇ ਰਵਿਦਾਸ ਘਰ ਛੱਡ ਕੇ ਭੱਜ ਨਾ ਜਾਏ। ਇਸ ਲਈ ਉਹਨਾਂ ਨੇ ਰਵਿਦਾਸ ਜੀ ਦਾ ਵਿਆਹ ਕਰ ਦਿੱਤਾ। ਭਗਤ ਜੀ ਤੜਕੇ ਉੱਠ ਕੇ ਇਸ਼ਨਾਨ ਕਰਦੇ ਸਨ ਤੇ ਪ੍ਰਭੂ ਦਾ ਧਿਆਨ ਧਰਦੇ ਸਨ ਅਤੇ ਅੱਠੇ ਪਹਿਰ ਪ੍ਰਭੂ ਨੂੰ ਯਾਦ ਕਰਦੇ ਰਹਿੰਦੇ ਸਨ। ਬਸ ਨਾਮ ਦਾ ਸਿਮਰਨ ਹੀ ਕਰਦੇ ਰਹਿੰਦੇ ਸਨ। ਘਰ ਦੇ ਕੰਮ ਸਾਰੇ ਪਿੱਛੇ ਪੈ ਜਾਂਦੇ ਸਨ, ਪਰ ਲੋਕ ਦੇਖਣ ਤੇ ਸੁਣਨ ਵਾਲੇ ਆਖਦੇ ਸਨ ਕਿ ਭਗਤ ਹਨ, ਪੂਰਬਲੇ ਜਨਮਾਂ ਵਿੱਚ ਕੋਈ ਚੰਗਾ ਕੰਮ ਕੀਤਾ ਹੋਣਾ, ਇਸ ਲਈ ਉਹਨਾਂ ਦਾ ਪ੍ਰਭੂ ਨਾਲ ਪਿਆਰ ਪੈ ਗਿਆ ਹੈ। ਸੱਚ ਬੋਲਣਾ ਤੇ ਦਾਨ ਕਰਨ ਦਾ ਸੁਭਾਅ ਵੱਡੇ ਲੋਕਾਂ ਵਰਗਾ ਬਣ ਗਿਆ ਸੀ। ਜੇ ਕੋਈ ਜੋੜਾ ਮੰਗਦਾ ਤੇ ਆਖਦਾ ਕਿ ਪੈਸੇ ਨਹੀਂ ਹਨ, ਤਾਂ ਉਸ ਨੂੰ ਜੋੜਾ ਮੁਫਤ ਭੇਟਾ ਕਰ ਦਿੰਦੇ ਸਨ। ਪਰ ਅਗਿਆਨੀ ਪੁਰਸ਼ ਰਵਿਦਾਸ ਜੀ ਦੇ ਮਾਂ-ਬਾਪ ਅੰਦਰਲੇ ਭੇਦ ਨੂੰ ਨਹੀਂ ਸਨ ਜਾਣਦੇ। ਉਹ ਇਹ ਖਿਆਲ ਕਰਦੇ ਸਨ ਕਿ ਭਗਤ ਰਵਿਦਾਸ ਜੀ ਲਾਪਰਵਾਹ ਤੇ ਕਿਰਤ ਕਮਾਈ ਕਰਨ ਵਾਲੇ ਨਹੀਂ ਹਨ। ਉਹ ਦੁਨਿਆਵੀ ਦ੍ਰਿਸ਼ਟੀ ਨਾਲ ਤੱਕਦੇ ਸਨ। ਐਸਾ ਕਰਦੇ ਹੋਏ ਇੱਕ ਦਿਨ ਗਰਮ ਹੋ ਗਏ ਤੇ ਆਖਿਆ, ਰਵਿਦਾਸ, ਆਪਣਾ ਘਰ ਅੱਡ ਕਰ ਲੈ, ਅੱਡ ਚੂਲ੍ਹਾ ਬਣਾ ਤੇ ਅੱਡ ਹੀ ਕਿਰਤ ਕਰ। ਆਪਣੀ ਕਿਰਤ ਭਾਵੇਂ ਸਾਰੀ ਉਜਾੜ ਤੇ ਭਾਵੇਂ ਰੱਖ, ਪਰ ਸਾਨੂੰ ਦੁਖੀ ਨਾ ਕਰ। ਅਸੀਂ ਤਾਂ ਇਹ ਸਹਿਣ ਨਹੀਂ ਕਰ ਸਕਦੇ ਕਿ ਸਭ ਕੁਝ ਦਾਨ ਹੀ ਕਰੀ ਜਾਵੇਂ। ਆਪਣੀ ਪਤਨੀ ਨੂੰ ਨਾਲ ਲੈ ਜਾ ਤੇ ਵੱਖਰੀ ਝੁੱਗੀ ਪਾ ਲੈ। ਇਹ ਸੁਣ ਕੇ ਭਗਤ ਰਵਿਦਾਸ ਜੀ ਨੇ ਕੋਈ ਗੁੱਸਾ ਗਿਲਾ ਨਹੀਂ ਕੀਤਾ। ਉਹਨਾਂ ਨੇ ਬੜੇ ਧੀਰਜ ਨਾਲ ਉੱਤਰ ਦਿੱਤਾ, ਹੇ ਪਿਤਾ ਜੀ, ਜੇਕਰ ਆਪ ਜੀ ਦੀ ਐਸੀ ਇੱਛਾ ਹੈ ਤਾਂ ਐਸਾ ਹੀ ਕਰਦਾ ਹਾਂ। ਰਾਮ ਆਪੇ ਹੀ ਕੰਮ ਕਰਦਾ ਹੈ। ਜਿਵੇਂ ਰਾਮ ਜੀ ਦੀ ਇੱਛਾ ਹੋਏਗੀ ਕੰਮ ਹੁੰਦੇ ਰਹਿਣਗੇ। ਭਾਵੇਂ ਰਾਹ ਤੇ ਬਿਠਾ ਦਿਓ ਜਾਂ ਘਰ ਵਿੱਚ ਥਾਂ ਦੇ ਦਿਓ। ਕੀ ਪਤਾ ਕਿਸ ਪੂਰਬਲੇ ਜਨਮ ਦੇ ਕਾਰਨ ਮੁੜ ਜਨਮ ਲੈ ਲਿਆ ਹੈ ਤੇ ਆਪ ਦਾ ਪੁੱਤਰ ਅਖਵਾਇਆ ਹੈ। ਅੱਜ ਤੋਂ ਹੀ ਵੱਖ ਹੋ ਜਾਂਦੇ ਹਾਂ। ਅਸੀਂ ਆਪਣੀ ਕਿਰਤ ਕਰਕੇ ਖਾਵਾਂਗੇ। ਉਸ ਦਿਨ ਰਵਿਦਾਸ ਜੀ ਨੇ ਲੱਕੜਾਂ ਵੱਢ ਕੇ ਲਿਆਂਦੀਆਂ, ਸਰਕੜਾ ਤੇ ਕਾਹਨੇ ਲਿਆਂਦੇ ਅਤੇ ਸ਼ਾਹੀ ਰਾਹ ਉੱਤੇ ਆਪਣੀ ਛੰਨ ਪਾ ਲਈ। ਉਹਨਾਂ ਦੀ ਪਤਨੀ ਬੜੀ ਹਿੰਮਤ ਵਾਲੀ ਸੀ। ਉਸਨੇ ਦਬਾ-ਦਬ ਸਿਰਕੀਆਂ ਬੰਨੀਆਂ ਤੇ ਮਿੱਟੀ ਪਾ ਕੇ ਲਿੰਬ ਪੋਚ ਕੇ ਸੁੰਦਰ ਕੁਟੀਆ ਬਣਾ ਲਈ। ਇੱਕ ਪਾਸੇ ਥੜਾ ਬਣਾ ਕੇ ਰਵਿਦਾਸ ਜੀ ਨੂੰ ਅੱਡਾ ਲਾ ਦਿੱਤਾ, ਦੂਸਰੇ ਪਾਸੇ ਖੁੱਲ੍ਹਾ ਥੜਾ ਬਣਾਇਆ ਜਿਸ ਉੱਤੇ ਆਏ ਗਏ ਬੈਠ ਜਾਂਦੇ ਸਨ। ਆਪ ਉਸ ਦੇਵੀ ਨੇ ਅੰਦਰ ਹੀ ਇੱਕ ਪਾਸੇ ਆਪਣਾ ਅੱਡਾ ਬਣਾ ਲਿਆ ਤੇ ਜੁੱਤੀਆਂ ਤਿਆਰ ਕਰਕੇ ਆਏ ਗਏ ਗਾਹਕਾਂ ਦੀਆਂ ਜੁੱਤੀਆਂ ਗੰਢ ਕੇ ਉਹ ਵੱਖਰਾ ਹੀ ਗੁਜ਼ਾਰਾ ਕਰਨ ਲੱਗ ਪਏ। ਭਗਤ ਰਵਿਦਾਸ ਜੀ ਕਹਿੰਦੇ ਹੁੰਦੇ ਸਨ, ਹੇ ਨਗਰ ਵਾਸੀਓ, ਕੋਈ ਭੁਲੇਖਾ ਨਾ ਖਾਇਓ। ਮੇਰੀ ਜਾਤ ਚਮਾਰ ਹੈ। ਰਾਮ ਨਾਮ ਜਪਣ ਦੀ ਮਹਿਮਾ ਹੈ ਕਿ ਲੋਕ ਮੈਨੂੰ ਚੰਗਾ ਸਮਝਣ ਲੱਗ ਪਏ ਹਨ। ਰਾਮ ਨਾਮ ਨੇ ਉੱਤਮ ਬਣਾਇਆ ਹੈ। ਗੰਗਾ ਦਾ ਜਲ ਪਵਿੱਤਰ ਹੈ, ਪਰ ਬੇਸਮਝ ਬੰਦੇ ਗੰਗਾ ਦੇ ਜਲ ਨਾਲ ਸ਼ਰਾਬ ਕੱਢਦੇ ਹਨ। ਉਹਨਾਂ ਨੂੰ ਰਾਖਸ਼ ਪੀਂਦੇ ਹਨ, ਨੇਕ ਪੁਰਸ਼ ਨਹੀਂ। ਇਸੇ ਤਰ੍ਹਾਂ ਜਨਮ ਕਰਕੇ ਅਸੀਂ ਉੱਤਮ ਸੀ, ਪਰ ਕਰਮ ਤੇ ਵਿਚਾਰ ਨੀਵੇਂ ਕਰਕੇ ਕਦੀ ਮਾੜੇ ਬਣ ਗਏ। ਹੁਣ ਉੱਚੇ ਹੋਏ ਤਾਂ ਉੱਚੇ ਹੋ ਗਏ। ਫਿਰ ਭਗਤ ਰਵਿਦਾਸ ਜੀ ਨੇ ਇੱਕ ਹੋਰ ਉਦਾਹਰਨ ਦਿੱਤੀ। ਜਿਵੇਂ ਗੰਗਾ ਦੇ ਪਵਿੱਤਰ ਜਲ ਨਾਲ ਮਿਲ ਕੇ ਦੂਸਰਾ ਜਲ ਵੀ ਚੰਗਾ ਹੋ ਜਾਂਦਾ ਹੈ। ਤਾੜ ਦੇ ਪੱਤੇ ਮਾੜੇ ਹਨ, ਪਰ ਉੱਤੇ ਨਾਮ ਲਿਖਿਆ ਜਾਏ ਤਾਂ ਪੂਜਨਿਕ ਹੋ ਜਾਂਦੇ ਹਨ ਤੇ ਉਹਨਾਂ ਨੂੰ ਨਮਸਕਾਰ ਵੀ ਕਰੀਦੀ ਹੈ। ਐਸੇ ਹੀ ਜਨਮ ਕਰਕੇ ਜੇ ਕੋਈ ਨੀਚ ਘਰ ਵਿੱਚ ਜੰਮਿਆ ਹੈ ਤਾਂ ਭਗਤੀ ਕਰਕੇ ਉੱਚਾ ਹੋ ਜਾਂਦਾ ਹੈ ਤੇ ਉੱਚੀ ਕੁੱਲ ਵਾਲਾ ਮਾੜੇ ਕਰਮ ਕਰਕੇ ਮਾੜਾ ਹੋ ਜਾਂਦਾ ਹੈ। ਜਿਸ ਤਰ੍ਹਾਂ ਇੰਦਰ ਨੂੰ ਸਰਾਪ ਮਿਲ ਗਿਆ ਸੀ, ਪਰਮਾਤਮਾ ਨੇ ਆਪ ਕਿਰਪਾ ਕੀਤੀ ਹੈ। ਭਗਤ ਰਵਿਦਾਸ ਜੀ ਪਾਸੋਂ ਇੰਦਰ ਸਰਾਵਾਂ ਤਿਆਰ ਕਰਵਾ ਲਈਆਂ। ਪੂਜਾ ਹੋਣ ਲੱਗੀ ਤੇ ਭਗਤ ਜੀ ਸਾਰੀਆਂ ਜਾਤਾਂ ਨੂੰ ਉਪਦੇਸ਼ ਕਰਨ ਲੱਗੇ। ਜਦੋਂ ਭਗਤ ਰਵਿਦਾਸ ਜੀ ਦੀ ਬਹੁਤ ਚੜ੍ਹਾਈ ਹੋਈ ਤਾਂ ਕਾਂਸ਼ੀ ਦੇ ਪੰਡਤ ਬਹੁਤ ਤੰਗ ਹੋਏ। ਉਹ ਈਰਖਾ ਕਰਨ ਲੱਗ ਪਏ। ਈਰਖਾ ਦੇ ਸਾੜੇ ਕਾਰਨ ਉਹਨਾਂ ਨੇ ਰੌਲਾ ਪਾ ਲਿਆ ਕਿ ਰਵਿਦਾਸ ਇੱਕ ਚਮਾਰ ਹੋਣ ਕਰਕੇ
ਉੱਚ ਕੁੱਲ ਵਾਲਿਆਂ ਕੋਲੋਂ ਪੂਜਾ ਕਰਾਉਂਦਾ ਹੈ ਤੇ ਉਹਨਾਂ ਨੂੰ ਚਰਨਾਮ੍ਰਿਤ ਦਿੰਦਾ ਹੈ। ਮੋਕਸ਼ ਦਾ ਰਾਹ ਦੱਸਦਾ ਹੈ ਜੋ ਬ੍ਰਾਹਮਣ ਤੋਂ ਬਿਨਾਂ ਦੱਸਣ ਦਾ ਕਿਸੇ ਨੂੰ ਕੋਈ ਵੀ ਅਧਿਕਾਰ ਨਹੀਂ। ਉਸਨੇ ਮੰਦਰ ਵਿੱਚ ਦੇਵਤਿਆਂ ਦੀਆਂ ਮੂਰਤੀਆਂ ਕਿਉਂ ਰੱਖੀਆਂ ਹਨ? ਇਸ ਤਰ੍ਹਾਂ ਰੌਲਾ ਪਵਾ ਕੇ ਉਹਨਾਂ ਨੇ ਕਾਂਸ਼ੀ ਦੇ ਲੋਕਾਂ ਨੂੰ ਇਕੱਠਿਆਂ ਕਰ ਲਿਆ ਤੇ ਇਕੱਠੇ ਹੋ ਕੇ ਉਹ ਕਾਂਸ਼ੀ ਦੇ ਨਵਾਬ ਕੋਲ ਚਲੇ ਗਏ। ਉਹਨਾਂ ਨੇ ਮਨੂ ਮਿਸਤਰੀ ਦਾ ਆਸਰਾ ਲਿਆ ਤੇ ਨਵਾਬ ਨੂੰ ਆਖਿਆ, ਸ਼ੂਦਰ ਦੇਵਤਿਆਂ ਦੀ ਪੂਜਾ ਨਹੀਂ ਕਰ ਸਕਦਾ, ਦੇਵ ਦਰਸ਼ਨ ਵੀ ਨਹੀਂ ਕਰ ਸਕਦਾ, ਹਨੇਰ ਹੈ, ਧਰਮ ਭ੍ਰਿਸ਼ਟ ਹੁੰਦਾ ਹੈ। ਪੰਡਤਾਂ ਦਾ ਇਹ ਰੌਲਾ ਸੁਣ ਕੇ ਨਵਾਬ ਬੜਾ ਹੈਰਾਨ ਹੋਇਆ। ਉਹ ਨੇਕ ਪੁਰਸ਼ ਸੀ, ਕਿਸੇ ਸੰਗਤ ਨੂੰ ਕੁਝ ਨਹੀਂ ਸੀ ਆਖਣਾ ਚਾਹੁੰਦਾ। ਉਸਨੇ ਪੰਡਤਾਂ ਨੂੰ ਹੌਸਲਾ ਦਿੱਤਾ ਤੇ ਕਿਹਾ, ਰਵਿਦਾਸ ਨੂੰ ਸੱਦ ਕੇ ਮੈਂ ਫੈਸਲਾ ਕਰਾਂਗਾ, ਤੁਸੀਂ ਘਬਰਾਓ ਨਾ, ਗੁੱਸੇ ਵਿੱਚ ਨਾ ਆਓ। ਉਹ ਵੀ ਸੁਣਿਆ ਹੈ ਕਿ ਉਹ ਭਗਵਾਨ ਦਾ ਭਗਤ ਹੈ। ਪਰਮਾਤਮਾ ਦੀ ਮਿਹਰ ਹਰ ਇੱਕ ਤੇ ਹੋ ਸਕਦੀ ਹੈ। ਨਾਲੇ ਜਿੰਨਾ ਚਿਰ ਰਵਿਦਾਸ ਨੂੰ ਕੋਲ ਨਾ ਸੱਦੀਏ ਓਨਾ ਚਿਰ ਇਨਸਾਫ ਨਹੀਂ ਹੋ ਸਕਦਾ। ਉਸ ਵੇਲੇ ਬੰਦਾ ਭੇਜ ਕੇ ਭਗਤ ਰਵਿਦਾਸ ਜੀ ਨੂੰ ਸੱਦਿਆ ਗਿਆ। ਉਹ ਖੁਸ਼ੀ-ਖੁਸ਼ੀ ਆਏ। ਉਹ ਕਿਸੇ ਕੋਲੋਂ ਡਰਦੇ ਨਹੀਂ ਸਨ। ਉਹ ਤਾਂ ਪਰਮੇਸ਼ਰ ਦੇ ਭਗਤ ਸਨ। ਨਵਾਬ ਬੜਾ ਸਿਆਣਾ ਤੇ ਇਨਸਾਫ ਕਰਨ ਵਾਲਾ ਬੰਦਾ ਸੀ। ਉਹ ਮੁਸਲਮਾਨ ਸੀ ਤੇ ਬੁੱਤ ਪੂਜਾ ਦੇ ਵਿਰੁੱਧ ਸੀ। ਬੁੱਤਾਂ ਨੂੰ ਨਿਰਜੀਵ ਪੱਥਰ ਦੀਆਂ ਮੂਰਤੀਆਂ ਜਾਣਦਾ ਸੀ। ਉਸਨੇ ਅਨੋਖਾ ਹੀ ਸਵਾਲ ਦੋਹਾਂ ਅੱਗੇ ਰੱਖਿਆ ਤੇ ਭਗਤ ਰਵਿਦਾਸ ਜੀ ਨੂੰ ਸੰਬੋਧਨ ਕਰਕੇ ਆਖਿਆ, ਭਗਤ ਜੀ, ਇਹ ਪੰਡਤ ਆਏ ਹਨ। ਇਹਨਾਂ ਦਾ ਇਹ ਦਾਅਵਾ ਹੈ ਕਿ ਤੁਸੀਂ ਸ਼ੂਦਰ ਹੋ ਤੇ ਤੁਹਾਨੂੰ ਦੇਵ ਮੂਰਤੀ ਪੂਜਣ ਦਾ ਕੋਈ ਹੱਕ ਨਹੀਂ। ਤੁਸੀਂ ਮੰਦਰ ਵਿੱਚ ਦੇਵਤਿਆਂ ਦੀਆਂ ਮੂਰਤੀਆਂ ਰੱਖ ਲਈਆਂ ਹਨ। ਮੈਨੂੰ ਤਾਂ ਕੋਈ ਸਮਝ ਨਹੀਂ ਲੱਗੀ ਕਿ ਕੀ ਕਰੀਏ। ਸੋ ਇੱਕ ਵਿਉਂਤ ਹੈ ਕਿ ਗੰਗਾ ਦੇ ਪਾਰਲੇ ਪਾਸੇ ਦੇਵਤਿਆਂ ਦੇ ਬੁੱਤ ਚੁੱਕ ਕੇ ਰੱਖ ਦਿੰਦੇ ਹਾਂ। ਤੁਸੀਂ ਪ੍ਰੇਮਾ ਭਗਤੀ ਨਾਲ ਉਹਨਾਂ ਨੂੰ ਆਪਣੇ ਕੋਲ ਸੱਦਣਾ ਹੈ। ਜਿਸ ਦੇ ਸੱਦੇ ਉਹ ਆ ਗਏ ਉਸ ਨੂੰ ਪੂਜਾ ਦਾ ਹੱਕ ਹੋਏਗਾ, ਜਿਸ ਦੇ ਸੱਦੇ ਨਾ ਆਉਣ ਉਸ ਨੂੰ ਹੱਕ ਨਹੀਂ ਹੋਏਗਾ। ਨਾਲੇ ਪਤਾ ਲੱਗ ਜਾਏਗਾ ਕਿ ਤੁਹਾਡੇ ਭਗਵਾਨ ਨੂੰ ਬ੍ਰਾਹਮਣ ਪਿਆਰੇ ਹਨ ਜਾਂ ਸ਼ੂਦਰ, ਕੌਣ ਪਿਆਰਾ ਹੈ। ਕੀ ਤੁਹਾਨੂੰ ਇਹ ਫੈਸਲਾ ਪ੍ਰਵਾਨ ਹੈ? ਭਗਤ ਰਵਿਦਾਸ ਜੀ ਨੇ ਬਚਨ ਕੀਤਾ, ਮੈਨੂੰ ਤਾਂ ਇਹ ਫੈਸਲਾ ਪ੍ਰਵਾਨ ਹੈ। ਜਿਵੇਂ ਇੱਛਾ ਕਰੋ। ਮੇਰਾ ਰਾਮ ਹਰ ਥਾਂ ਹੈ। ਹਰ ਵਸਤੂ ਵਿੱਚ, ਹਰ ਬੁੱਤ ਵਿੱਚ ਰਾਮ ਨੂੰ ਸਾਰੇ ਪਿਆਰੇ ਹਨ। ਇਹਨਾਂ ਦਾ ਝਗੜਾ ਐਵੇਂ ਹੀ ਹੈ। ਫਿਰ ਨਵਾਬ ਨੇ ਪੰਡਤਾਂ ਨੂੰ ਪੁੱਛਿਆ। ਉਹਨਾਂ ਨੇ ਤਾਂ ਲਲਕਾਰੇ ਮਾਰ ਕੇ ਆਖ ਦਿੱਤਾ, ਸਾਨੂੰ ਮਨਜ਼ੂਰ ਹੈ, ਅਸੀਂ ਆਪਣੇ ਦੇਵਤਿਆਂ ਨੂੰ ਸੱਦਾਂਗੇ। ਦੇਵਤੇ ਸਾਡੇ ਹਨ। ਇਸ ਪ੍ਰਕਾਰ ਪੰਡਤਾਂ ਨੂੰ ਹੰਕਾਰ ਸੀ। ਉਹ ਹਉਮੈ ਵਿੱਚ ਘਿਰੇ ਹੋਏ ਦੀਵਾਨੇ ਫਿਰਦੇ ਸਨ। ਇਸ ਵਾਸਤੇ ਵੀ ਕਿ ਉਹਨਾਂ ਨੂੰ ਵਿੱਦਿਆ ਦਾ ਮਾਣ ਸੀ, ਜੰਤਰ ਮੰਤਰ ਜਾਣਦੇ ਸਨ। ਇਸ ਲਈ ਉਹ ਮੰਨ ਗਏ। ਨਵਾਬ ਦੀ ਇੱਛਾ ਤਮਾਸ਼ਾ ਦੇਖਣ ਦੀ ਸੀ। ਉਸ ਨੂੰ ਵੀ ਵਿਸ਼ਵਾਸ ਸੀ ਕਿ ਪੱਥਰ ਦੇ ਬੁੱਤ ਭਲਾ ਗੰਗਾ ਪਾਰ ਤੋਂ ਕਿਵੇਂ ਆਉਣਗੇ। ਦੋਹਾਂ ਨੂੰ ਝੂਠਿਆਂ ਕਰਕੇ ਦੇ ਪੱਥਰ ਪੂਜਾ ਛੁਡਾ ਦਿਆਂਗੇ, ਕਿਉਂਕਿ ਇਸਲਾਮ ਵਿੱਚ ਬੁੱਤ ਪੂਜਾ ਨਹੀਂ ਹੈ। ਉਸ ਕੀਤੇ ਫੈਸਲੇ ਅਨੁਸਾਰ ਹੁਕਮ ਦੇ ਕੇ ਰਵਿਦਾਸ ਦੇ ਮੰਦਰ ਵਿੱਚੋਂ ਸਾਰੀਆਂ ਦੇਵ ਮੂਰਤੀਆਂ ਉਠਾਈਆਂ ਗਈਆਂ। ਉਹਨਾਂ ਨੂੰ ਚੰਦਨ ਦੀ ਚੌਂਕੀ ਉੱਤੇ ਬੜੇ ਸਤਿਕਾਰ ਨਾਲ ਗੰਗਾ ਦੇ ਪਾਰ ਲਿਜਾ ਕੇ ਰੱਖ ਦਿੱਤਾ ਗਿਆ। ਕੋਲ ਕੋਈ ਵੀ ਮਨੁੱਖ ਨਾ ਰਹਿਣ ਦਿੱਤਾ। ਨਵਾਬ ਨੇ ਪਹਿਲਾਂ ਪੰਡਤਾਂ ਨੂੰ ਹੁਕਮ ਦਿੱਤਾ ਕਿ ਉਹਨਾਂ ਦੇਵਤਿਆਂ ਨੂੰ ਗੰਗਾ ਜਲ ਉੱਪਰੋਂ ਦੀ ਸੱਦੋ। ਜੇ ਦੇਵਤੇ ਤੁਸਾਂ ਦੇ ਹਨ ਤਾਂ ਹੁਕਮ ਮੰਨ ਕੇ ਆ ਜਾਣਗੇ। ਹੁਣ ਤੁਸੀਂ ਮੰਤਰ ਪੜ੍ਹੋ। ਪੰਡਤ ਲੱਗੇ ਆਵਾਜ਼ਾਂ ਮਾਰਨ। 2 ਘੰਟੇ ਆਵਾਜ਼ਾਂ ਮਾਰ-ਮਾਰ ਕੇ ਥੱਕ ਗਏ, ਪਰ ਪੱਥਰ ਦੀਆਂ ਜੜ ਮੂਰਤੀਆਂ ਕਿਵੇਂ ਤੁਰ ਕੇ ਉਹਨਾਂ ਦੇ ਕੋਲ ਆਉਣ? ਉਹਨਾਂ ਨੂੰ ਬੋਲ ਕਿਵੇਂ ਸੁਣਾਈ ਦੇਵੇ? ਜਦ ਆਵਾਜ਼ਾਂ ਨਾ ਸੁਣੀਆਂ ਤਾਂ ਪੰਡਤਾਂ ਵਿੱਚੋਂ ਕਈਆਂ ਨੇ ਵੇਦ ਮੰਤਰ, ਕਈਆਂ ਨੇ ਜਾਦੂ ਟੂਣੇ, ਜੰਤਰ ਮੰਤਰ ਪੜ੍ਹਨੇ ਤੇ ਕਰਨੇ ਸ਼ੁਰੂ ਕਰ ਦਿੱਤੇ। ਨਵਾਬ ਅਤੇ ਲੋਕ ਉਸ ਨਿਰਾਲੀ ਲੜਾਈ ਨੂੰ ਬੜੀ ਮੌਜ ਨਾਲ ਦੇਖ ਰਹੇ ਸਨ। ਭੀੜ ਬੜੀ ਇਕੱਠੀ ਹੋਈ ਸੀ। ਪੂਰਾ ਜ਼ੋਰ ਲਾ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਤੇ ਵਿਦਿਆਵਾਂ ਨੂੰ ਪਰਖ ਕੇ ਪੰਡਤਾਂ ਨੇ ਹਾਰ ਮੰਨ ਲਈ। ਹਾਰ ਮੰਨਣ ਵੇਲੇ ਆਖਿਆ, ਕਲਯੁਗ ਵੇਲੇ ਦੇਵ ਮੂਰਤੀਆਂ ਨਾ ਚੇਤਨਤਾ ਵਿੱਚ ਆ ਸਕਦੀਆਂ ਹਨ ਤੇ ਨਾ ਭਾਖਿਆ ਦੇ ਸਕਦੀਆਂ ਹਨ। ਇਹ ਤਾਂ ਚੁੱਪ ਤੇ ਅਹਿਲ ਰਹਿ ਕੇ ਹੀ, ਨਰ ਨਾਰੀ ਦੀਆਂ ਅਰਦਾਸਾਂ ਸੁਣ ਕੇ ਹੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੀਆਂ ਹਨ। ਇਹ ਰੱਬੀ ਭੇਦ ਹੈ। ਪੰਡਤਾਂ ਦਾ ਇਹ ਉੱਤਰ ਸੁਣ ਕੇ ਨਵਾਬ ਹੱਸ ਪਿਆ। ਉਸਨੇ ਹੱਸਦਿਆਂ ਹੋਇਆਂ ਭਗਤ ਰਵਿਦਾਸ ਜੀ ਨੂੰ ਆਖਿਆ,
ਰਾਮ ਭਗਤ, ਲਓ ਹੁਣ ਤੁਸੀਂ ਆਪਣੇ ਦੇਵਤਿਆਂ ਨੂੰ ਆਪਣੇ ਕੋਲ ਸੱਦ ਲਓ। ਪੰਡਤ ਤਾਂ ਨਹੀਂ ਸੱਦ ਸਕੇ, ਉਹ ਪ੍ਰੇਮੀ ਘੱਟ ਜਾਪਦੇ ਹਨ। ਇਹ ਨਵਾਬ ਦਾ ਮਖੌਲ ਸੀ। ਹੁਕਮ ਮੰਨ ਕੇ ਭਗਤ ਰਵਿਦਾਸ ਜੀ ਚੌਂਕੜਾ ਮਾਰ ਕੇ ਬੈਠ ਗਏ। ਧਿਆਨ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਲਿਆ, ਨੈਣ ਮੁੰਦ ਲਏ। ਆਪਣੇ ਰਾਮ ਨੂੰ ਯਾਦ ਕਰਦੇ ਹੋਏ ਆਪਣੀ ਇਲਾਹੀ ਬਾਣੀ ਦਾ ਗਾਇਨ ਕਰਨ ਲੱਗੇ ਤੇ ਬੜੀ ਸ਼ਰਧਾ ਭਾਵਨਾ ਨਾਲ ਇਹ ਸ਼ਬਦ ਉਚਾਰਨ ਕੀਤਾ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਬੂਝ। ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛ ਆਰਾ ਪਾਰ ਨਾ ਸੂਝ। ਸਗਲ ਭਵਨ ਕੇ ਨਾਇਕਾ, ਇਕ ਛਿਨ ਦਰਸ ਦਿਖਾਏ ਜੀ। ਮਲਿਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ। ਕਰੋ ਕਿਰਪਾ ਭ੍ਰਮ ਚੂਕਈ, ਮੈਂ ਸੁਮਤ ਦੇਹੋ ਸਮਝਾਏ। ਜੋਗੀ ਸਰ ਪਾਵੈ ਨਹੀਂ, ਤਉ ਗੁਣ ਕਥਨ ਅਪਾਰ। ਪ੍ਰੇਮ ਭਗਤ ਕੈ ਕਾਰਨੈ, ਕਹੋ ਰਵਿਦਾਸ ਚਮਾਰ। ਹੇ ਪਰਮਾਤਮਾ, ਮੈਂ ਉਸੇ ਤਰ੍ਹਾਂ ਅਣਜਾਣ ਹਾਂ ਜਿਵੇਂ ਖੂਹ ਵਿੱਚ ਬਹੁਤ ਸਾਰੇ ਡੱਡੂ ਹੁੰਦੇ ਹਨ, ਪਰ ਖੂਹ ਦੀ ਹੱਦ ਤੋਂ ਪਰੇ ਦਾ ਉਹਨਾਂ ਨੂੰ ਕੋਈ ਗਿਆਨ ਨਹੀਂ ਹੁੰਦਾ। ਇਸੇ ਤਰ੍ਹਾਂ ਮਨ ਵਿਸ਼ੇ ਵਿਕਾਰਾਂ ਦੇ ਜਾਲ ਵਿੱਚ ਘਿਰਿਆ ਹੋਇਆ ਹੈ। ਇਸ ਵਿੱਚੋਂ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਕੋਈ ਨੇੜ ਦਾ ਕਿਨਾਰਾ ਨਹੀਂ ਦਿਸਦਾ। ਭਾਵ ਕਿ ਜਗਤ ਪਦਾਰਥਾਂ ਵਿੱਚ ਮਨ ਇੰਨਾ ਖਚਤ ਹੋਇਆ ਹੈ ਕਿ ਉਸ ਦਾ ਨਿਕਲਣਾ ਅਸੰਭਵ ਹੈ। ਹੇ ਸਾਰੇ ਜਗਤ ਦੇ ਮਾਲਕਾ, ਇੱਕ ਵਾਰੀ ਮੈਨੂੰ ਜ਼ਰੂਰ ਦਰਸ਼ਨ ਦਿਓ। ਹੇ ਪ੍ਰਭੂ ਜੀ, ਮੇਰੀ ਮਤ ਮਲੀਨ ਹੈ, ਤੇਰਾ ਭੇਦ ਨਹੀਂ ਪਾ ਸਕਦਾ। ਮੇਰੇ ਤੇ ਮਿਹਰ ਕਰੋ ਤਾਂ ਕਿ ਮੇਰੇ ਭਰਮ ਦੂਰ ਹੋਣ ਤੇ ਸਮਝ ਪਵੇ। ਹੇ ਭਗਵਾਨ, ਹੇ ਪ੍ਰਭੂ, ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ। ਬੜੇ ਵੱਡੇ ਜੋਗੀ ਤੇ ਮੁਨੀ ਵੀ ਤੇਰੀ ਗਤੀ ਨਹੀਂ ਜਾਣ ਸਕਦੇ, ਪਰ ਮੇਰੇ ਕੋਲ ਤਾਂ ਪ੍ਰੇਮਾ ਭਗਤੀ ਤੋਂ ਬਿਨਾਂ ਕੁਝ ਨਹੀਂ। ਜਾਤ ਵਿੱਚ ਮਾਰ ਹੈ, ਮੈਂ ਤਾਂ ਪ੍ਰੇਮ ਦਾ ਵਾਸਤਾ ਪਾ ਕੇ ਹੀ ਆਖਦਾ ਹਾਂ। ਹੇ ਪ੍ਰਭੂ, ਆ ਤੇ ਦਰਸ਼ਨ ਦਿਖਾ। ਆਓ, ਮੇਰੇ ਕੋਲ ਆਓ। ਨਵਾਬ, ਕਾਜ਼ੀ, ਪੰਡਤਾਂ ਤੇ ਦਰਸ਼ਕਾਂ ਨੇ ਦੇਵਤਿਆਂ ਉੱਤੇ ਨਿਗਾਹ ਕੱਢੀ ਹੋਈ ਸੀ। ਉਹ ਕੌਤਕ ਦੇਖਣਾ ਚਾਹੁੰਦੇ ਸਨ। ਮੁਸਲਮਾਨ ਨਵਾਬ ਇੱਕ ਤੀਰ ਨਾਲ ਦੋ ਸ਼ਿਕਾਰ ਕਰਨਾ ਚਾਹੁੰਦਾ ਸੀ। ਇੱਕ ਦੋਹਾਂ ਧਿਰਾਂ ਦਾ ਨਿਆਏ, ਦੂਸਰਾ ਜੇ ਨਾ ਪੱਥਰ ਦੇ ਦੇਵਤੇ ਹਿੱਲੇ ਤਾਂ ਬ੍ਰਾਹਮਣਾਂ ਤੇ ਹਿੰਦੂਆਂ ਨੂੰ ਝੂਠਿਆਂ ਕਰੇਗਾ ਕਿ ਐਵੇਂ ਇਹ ਬੇਜਾਨ ਪੱਥਰਾਂ ਦੀ ਪੂਜਾ ਕਰਦੇ ਹਨ। ਇਹ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦੇ। ਨਾਲ ਹੀ ਭਗਤ ਰਵਿਦਾਸ ਜੀ ਦੀ ਸ਼ੋਭਾ ਬਹੁਤ ਸੁਣੀ ਹੋਈ ਸੀ। ਅਨੇਕਾਂ ਕਰਾਮਾਤਾਂ ਦੀਆਂ ਸਾਖੀਆਂ ਭਗਤ ਰਵਿਦਾਸ ਦੇ ਸ਼ਰਧਾਲੂਆਂ ਨੇ ਪ੍ਰਚਲਿਤ ਕੀਤੀਆਂ ਹੋਈਆਂ ਸੀ। ਸਾਰੇ ਦੇਖ ਰਹੇ ਸਨ, ਬਹੁਤ ਧਿਆਨ ਨਾਲ ਦੇਖ ਰਹੇ ਸਨ। ਉਹ ਤਾਂ ਭਗਤ ਜੀ ਦੀ ਪ੍ਰੀਖਿਆ ਕਰ ਰਹੇ ਸੀ ਤੇ ਈਸ਼ਵਰ ਭਗਤੀ ਦਾ ਮਖੌਲ ਉਡਾ ਰਹੇ ਸੀ। ਸਾਰਾ ਸ਼ਹਿਰ ਹੀ ਗੰਗਾ ਕਿਨਾਰੇ ਢੁੱਕ ਪਿਆ ਸੀ। ਸਭ ਦੀਆਂ ਅੱਖਾਂ ਗੰਗਾ ਪਾਰ ਰੱਖੇ ਬੁੱਤਾਂ ਉੱਤੇ ਸਨ। ਕਈ ਦੇਖਣ ਵਾਸਤੇ ਬੇੜੀਆਂ ਅੱਗੇ ਲੈ ਗਏ ਸਨ। ਨਵਾਬ ਦੇ ਕੋਲ ਖਲੋਤੇ ਅਹਿਲਕਾਰ ਨੇ ਆਖਿਆ, ਨਵਾਬ ਸਾਹਿਬ, ਉਹ ਦੇਖੋ ਬੁੱਤ ਹਿੱਲ ਰਹੇ ਹਨ, ਦੇਖੋ, ਧਿਆਨ ਨਾਲ ਦੇਖੋ। ਜਦੋਂ ਨਵਾਬ ਨੇ ਉਧਰ ਧਿਆਨ ਕੀਤਾ, ਉਸਨੇ ਦੇਖਿਆ ਸੱਚੀ ਹੀ ਦੇਵਤੇ ਤੁਰ ਰਹੇ ਸਨ। ਉਹ ਤਾਂ ਚੌਂਕੀ ਸਮੇਤ ਆ ਰਹੇ ਸਨ। ਸਾਰੇ ਦੇਖ ਰਹੇ ਸਨ। ਉਸ ਵੇਲੇ ਸਾਰੇ ਕਾਂਸ਼ੀ ਦੇ ਮੰਦਰਾਂ ਦੇ ਟਲ ਆਪੇ ਹੀ ਖੜਕਣ ਲੱਗ ਪਏ। ਵਾਤਾਵਰਨ ਗੂੰਜ ਉੱਠਿਆ ਤੇ ਜੈ ਜੈਕਾਰ ਦੇ ਨਾਰੇ ਗੂੰਜਣ ਲੱਗੇ। ਪਰ ਪੰਡਤਾਂ ਨੂੰ ਭਾਜਣਾ ਪੈ ਗਈਆਂ। ਉਹ ਧਰਤੀ ਵਿੱਚ ਧੱਸਦੇ ਜਾਂਦੇ ਸਨ। ਉਹ ਝੂਠੇ ਪਖੰਡੀ ਨਿਕਲੇ। ਪਰ ਭਗਤ ਰਵਿਦਾਸ ਜੀ ਆਪਣੀ ਧੁਨ ਵਿੱਚ ਮਸਤ, ਪਿਆਰ ਤੇ ਸ਼ਰਧਾ ਨਾਲ ਅੱਖਾਂ ਮੀਟ ਕੇ ਗਾਈ ਜਾ ਰਹੇ ਸਨ। ਉਹਨਾਂ ਨੇ ਦੂਸਰਾ ਸ਼ਬਦ ਵੀ ਉੱਥੇ ਉਚਾਰਨ ਕੀਤਾ, ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਹਾਰੇ ਲੇਖੇ। ਕਹੇ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਹੇ ਪਰਮਾਤਮਾ, ਮੇਰੇ ਵਰਗਾ ਆਜ਼ਿਜ਼ ਕੋਈ ਨਹੀਂ, ਤੁਸਾਂ ਜਿਹਾ ਮਿਹਰਬਾਨ ਕੋਈ ਨਹੀਂ। ਸਾਰੀਆਂ ਬਖਸ਼ਿਸ਼ਾਂ ਕਰਨ ਵਾਲੇ ਹੋ, ਸਾਰੇ ਜਾਣਦੇ ਹਨ, ਹੋਰ ਕੀ ਪਰਖਣਾ ਹੈ। ਮੈਂ ਇਹ ਅਰਦਾਸ ਕਰਦਾ ਹਾਂ ਕਿ ਮੇਰਾ ਮਨ ਤੇਰੇ ਚਰਨਾਂ ਤੋਂ ਪਰੇ ਨਾ ਹੋਵੇ ਤੇ ਨਾ ਹੀ ਕਦੇ ਹੋਵੇਗਾ। ਇਹ ਵੀ ਮੈਨੂੰ ਵਿਸ਼ਵਾਸ ਹੈ। ਮੈਂ ਤਾਂ ਆਪ ਅਤੇ ਆਪ ਦੀ ਕੁਦਰਤ ਤੋਂ ਬਲਿਹਾਰ ਜਾਂਦਾ ਹਾਂ। ਫਿਰ ਮੇਰੇ ਨਾਲ ਕਿਉਂ ਨਹੀਂ ਬੋਲਦੇ?
ਕਈ ਜਨਮਾਂ ਤੋਂ ਤੁਹਾਡੇ ਨਾਲ ਮੇਲ ਨਹੀਂ ਹੋਇਆ, ਤੁਹਾਡੇ ਵਿਛੋੜੇ ਵਿੱਚ ਤੜਫਦਾ ਰਿਹਾ ਹਾਂ। ਹੁਣ ਇਹ ਜਨਮ ਮੈਂ ਤੁਸਾਂ ਦੇ ਲੇਖੇ ਲਾ ਦਿੱਤਾ ਹੈ, ਭਾਵ ਕਿ ਤੇਰੀ ਭਗਤੀ ਕਰਦਿਆਂ ਹੀ ਜੀਵਨ ਗੁਜ਼ਾਰਾਂਗਾ। ਇੱਕ ਤੇਰੇ ਦਰਸ਼ਨ ਕਰਨ ਦੀ ਆਸ ਉੱਤੇ ਹੀ ਜੀਵਨ ਸਵਾਸ ਚੱਲ ਰਿਹਾ ਹੈ। ਤੇਰੇ ਦਰਸ਼ਨ ਕੀਤਿਆਂ ਨੂੰ ਬਹੁਤ ਦੇਰ ਹੋ ਗਈ ਹੈ, ਸੋ ਮਿਹਰ ਕਰਕੇ ਮੈਨੂੰ ਆਪਣੇ ਦਰਸ਼ਨ ਦਿਓ। ਹੇ ਮੇਰੇ ਰਾਮ, ਮੈਨੂੰ ਆਪਣੇ ਦਰਸ਼ਨ ਦਿਓ। ਭਗਤ ਰਵਿਦਾਸ ਜੀ ਨੇ ਆਪਣੇ ਰਾਮ ਨੂੰ ਯਾਦ ਕੀਤਾ। ਉਹਨਾਂ ਨੇ ਸੱਚੇ ਹਿਰਦੇ ਨਾਲ ਪਰਮਾਤਮਾ ਨੂੰ ਯਾਦ ਕੀਤਾ। ਪਰਮਾਤਮਾ ਸਹਾਈ ਹੋਇਆ। ਚੰਦਨ ਚੌਂਕੀ ਸਮੇਤ ਦੇਵ ਮੂਰਤੀਆਂ ਗੰਗਾ ਦੀ ਛਲ ਨਾਲ ਭਗਤ ਦੇ ਕੋਲ ਆ ਗਈਆਂ। ਕਾਂਸ਼ੀ ਦੇ ਮੰਦਰਾਂ ਦੇ ਟਲ ਖੜਕਦੇ ਗਏ। ਲੋਕ ਜੈ ਜੈਕਾਰ ਕਰਦੇ ਗਏ ਤੇ ਝੂਠੇ ਪੰਡਤ ਲੋਕਾਂ ਵਿੱਚੋਂ ਖਿਸਕ ਕੇ ਆਪਣੇ ਘਰਾਂ ਵੱਲ ਭੱਜ ਗਏ। ਨਵਾਬ ਹੈਰਾਨ ਹੋ ਗਿਆ। ਉਸ ਨੂੰ ਸਮਝ ਆ ਗਈ ਕਿ ਖੁਦਾ ਪ੍ਰਸਤੀ ਕੀ ਹੈ। ਸ਼ੁੱਧ ਹਿਰਦੇ ਨਾਲ ਕੀਤੀ ਹੋਈ ਅਰਦਾਸ ਕਦੇ ਵੀ ਬਿਰਥਾ ਨਹੀਂ ਜਾਂਦੀ। ਭਗਤ ਜੀ ਉੱਠੇ ਤੇ ਸਤਕਾਰ ਨਾਲ ਚੰਦਨ ਦੀ ਚੌਂਕੀ ਚੁਕਵਾ ਕੇ ਆਪਣੇ ਮੰਦਰ ਵੱਲ ਚੱਲ ਪਏ। ਉਹਨਾਂ ਦੇ ਕੋਲੋਂ ਹਜ਼ਾਰਾਂ ਝੂਠੇ ਬ੍ਰਾਹਮਣ, ਕੁੱਲ ਤੇ ਜਾਤ ਅਭਿਮਾਨੀਆਂ ਨੂੰ ਮੂੰਹ ਦੀ ਖਾਣੀ ਪਈ। ਸਭ ਦਾ ਰਾਖਾ ਪਰਮਾਤਮਾ ਹੀ ਹੈ। ਪਿਆਰੀ ਸਾਧ ਸੰਗਤ ਜੀ, ਪਹਿਲੋਂ ਸਾਰੇ ਭਗਤ ਅਤੇ ਲੋਕ ਮੂਰਤੀ ਪੂਜਾ ਹੀ ਕਰਿਆ ਕਰਦੇ ਸਨ ਅਤੇ ਜੋ ਸੱਚੇ ਮਨ ਨਾਲ ਆਪਣੇ ਇਸ਼ਟ ਨੂੰ ਧਿਆਉਂਦਾ ਸੀ ਉਸ ਨੂੰ ਪਰਮਾਤਮਾ ਦੇ ਦਰਸ਼ਨ ਵੀ ਹੋ ਜਾਇਆ ਕਰਦੇ ਸਨ। ਸ਼ਰਤ ਇਹ ਹੁੰਦੀ ਸੀ ਕਿ ਉਸ ਦਾ ਚਾਲ ਚੱਲਣ, ਚਰਿੱਤਰ ਉੱਚਾ ਤੇ ਸੁੱਚਾ ਹੋਵੇ। ਪਰ ਜਦੋਂ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਤਾਂ ਉਹਨਾਂ ਨੇ ਜਾਪ ਸਾਹਿਬ ਵਿੱਚ ਪਰਮਾਤਮਾ ਦੇ ਅਨੇਕਾਂ ਨਾਮਾਂ ਦਾ ਵਰਣਨ ਕੀਤਾ ਅਤੇ ਸਾਰੀ ਕੌਮ ਨੂੰ ਦੱਸਿਆ ਕਿ ਉਸ ਅਕਾਲ ਪੁਰਖ ਦੀ ਕੋਈ ਸ਼ਕਲ ਸੂਰਤ ਨਹੀਂ ਹੈ, ਉਹ ਹਰ ਥਾਂ ਤੇ ਮੌਜੂਦ ਹੈ। ਇਸ ਲਈ ਤੁਸੀਂ ਜਿੱਥੇ ਵੀ ਬੈਠੇ ਹੋ ਉਸ ਅਕਾਲ ਪੁਰਖ ਨੂੰ ਯਾਦ ਕਰ ਸਕਦੇ ਹੋ। ਗੁਰ ਕੀ ਮੂਰਤ ਮਨ ਮੈਂ ਧਿਆਨ। ਸਮੇਂ-ਸਮੇਂ ਨਾਲ ਧਰਮ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਸਿੱਖ ਧਰਮ ਸਭ ਤੋਂ ਲੇਟੈਸਟ ਧਰਮ ਹੈ, ਜਾਂ ਕਹਿ ਲਓ 10ਵੇਂ ਪਾਤਸ਼ਾਹ ਨੇ ਮੋਡੀਫਾਈ ਕੀਤਾ ਹੋਇਆ ਹੈ। ਬਿਨਾਂ ਅੰਮ੍ਰਿਤ ਛਕੇ ਕਿਸੇ ਦਾ ਵੀ ਨਿਸਤਾਰਾ ਨਹੀਂ ਹੋਣਾ। ਦਾਸ ਅੱਜ ਵੀ ਮਸਕੀਨ ਸਾਹਿਬ ਦੀ ਕਥਾ ਸੁਣ ਰਿਹਾ ਸੀ, ਜਿਸ ਵਿੱਚ ਉਹਨਾਂ ਨੇ ਆਖਿਆ ਕਿ ਜਨਮ ਇੱਕ ਸਜ਼ਾ ਹੈ। ਤੁਸੀਂ ਪੁੱਛੋਗੇ ਕਿ ਉਹ ਕਿਵੇਂ? ਤਾਂ ਮਸਕੀਨ ਸਾਹਿਬ ਨੇ ਸਮਝਾਇਆ ਕਿ ਜਿਵੇਂ ਕੋਈ ਬੱਚਾ ਪਹਿਲੀ ਕਲਾਸ ਤੋਂ ਸ਼ੁਰੂ ਕਰਕੇ 10ਵੀਂ ਕਲਾਸ ਵਿੱਚ ਪਹੁੰਚਦਾ ਹੈ ਤੇ ਜਦੋਂ ਉਹ 10ਵੀਂ ਵਿੱਚ ਪਹੁੰਚੇ ਤਾਂ ਅਸੀਂ ਉਸ ਨੂੰ ਕਹੀਏ ਕਿ ਦੁਬਾਰਾ ਪਹਿਲੀ ਵਿੱਚ ਚਲਾ ਜਾ, ਤਾਂ ਉਹ ਕਿਵੇਂ ਮਹਿਸੂਸ ਕਰੇਗਾ? ਉਸ ਨੂੰ ਇਹ ਇੱਕ ਸਜ਼ਾ ਹੀ ਪ੍ਰਤੀਤ ਹੋਏਗੀ। ਉਸੇ ਤਰ੍ਹਾਂ ਇਹ ਜਨਮ ਸਾਨੂੰ ਪਰਮਾਤਮਾ ਦਾ ਨਾਮ ਜਪਣ ਵਾਸਤੇ ਮਿਲਿਆ ਹੈ, ਤਾਂ ਕਿ ਅਸੀਂ ਪਰਮਾਤਮਾ ਦਾ ਨਾਮ ਜਪ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਸਕੀਏ। ਜੇ ਅਸੀਂ ਇਸ ਜਨਮ ਵਿੱਚ ਅੰਮ੍ਰਿਤ ਛਕ ਕੇ ਪਰਮਾਤਮਾ ਦਾ ਨਾਮ ਜਪ ਕੇ ਪਾਰ ਨਹੀਂ ਲੰਘਦੇ ਤਾਂ ਮੁੜ ਦੂਸਰਾ ਜਨਮ ਲੈਣਾ ਪਵੇਗਾ ਤੇ ਫਿਰ ਪਹਿਲੀ ਕਲਾਸ ਤੋਂ ਸਾਰਾ ਕੁਝ ਸ਼ੁਰੂ ਹੋਏਗਾ। ਸੋ ਭਲਾ ਇਸ ਵਿੱਚ ਹੀ ਹੈ ਕਿ ਅਸੀਂ ਇਸ ਜਨਮ ਨੂੰ ਵਿਅਰਥ ਕੰਮਾਂ ਵਿੱਚ ਨਾ ਗਵਾਈਏ ਤੇ ਅੰਮ੍ਰਿਤ ਛਕ ਕੇ ਸਿੰਘ ਸਜ ਕੇ ਨਾਮ ਬਾਣੀ ਅਤੇ ਸੇਵਾ ਕਰਕੇ ਇਸ ਸੰਸਾਰ ਸਮੁੰਦਰ ਤੋਂ ਛੁਟਕਾਰਾ ਪਾਈਏ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਕਈ ਜਨਮਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ, ਜਿਸ ਕਰਕੇ ਇਹ ਬਹੁਤ ਹੀ ਕਾਲਾ ਹੋਇਆ ਪਿਆ ਹੈ। ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੈ ਮਤ ਬਦਲਾਹੋ। ਨਾਨਕ ਮੈਲ ਨਾ ਲੱਗਈ, ਨਾ ਫਿਰ ਜੋਨੀ ਪਾਹੋ। ਜੇ ਗੁਰੂ ਦੀ ਕਿਰਪਾ ਨਾਲ ਮਨ ਜਿਉਂਦਾ ਹੀ ਮਰ ਜਾਏ ਤੇ ਮਤ ਬਦਲ ਕੇ ਮਾਇਆ ਵੱਲੋਂ ਉਲਟ ਹੋ ਜਾਏ ਤਾਂ ਮੈਲ ਵੀ ਨਹੀਂ ਲੱਗਦੀ ਤੇ ਫਿਰ ਜੂਨਾਂ ਵਿੱਚ ਵੀ ਨਹੀਂ ਪੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।